ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਦਪਿੰਦਰ ਕੌਰ ਤੇ ਹਾਜ਼ਰ ਹਾਂ ਲੈ ਕੇ ਕੈਨੇਡਾ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ। ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਰੂਸ ਦੇ ਯੂਕਰੇਨ ਦੇ ਹਮਲੇ ਕਾਰਨ ਪੈਦਾ ਹੋਏ ਆਲਮੀ ਭੋਜਨ ਸੰਕਟ ਦਾ ਮੁਕਾਬਲਾ ਕਰਨ ਲਈ $250 ਮਿਲੀਅਨ ਵਾਧੂ ਸਹਾਇਤਾ ਪ੍ਰਦਾਨ ਕਰੇਗਾ ਕੈਨੇਡਾ। ਲਿਬਰਲ ਪਾਰਟੀ ਤੋਂ ਅੱਕੇ ਕੈਨੇਡਾ ਦੇ ਲੋਕ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰਨ ਵਾਲੇ ਕੈਨੇਡੀਅਨਸ ਦੀ ਗਿਣਤੀ ਵਧੀ। ਦੁਨੀਆ ਦੇ 10 ਬਿਹਤਰੀਨ ਸ਼ਹਿਰਾਂ ਦੀ ਸੂਚੀ ਜਾਰੀ। ਲਿਸਟ ਵਿੱਚ ਸ਼ਾਮਲ ਹੋਏ ਕੈਨੇਡਾ ਦੇ 3 ਸ਼ਹਿਰ। ਮਹਿੰਗਾਈ ਦੀ ਮਾਰ ਚੱਲ ਰਹੇ ਲੋਕਾਂ ਨੂੰ ਮਿਲ ਸਕਦੀ ਹੈ ਰਾਹਤ। ਗੈਸ ਟੈਕਸ ਨੂੰ ਲੈ ਕੇ ਰਾਸ਼ਟਰਪਤੀ ਵੱਲੋਂ ਸੰਸਦ 'ਚ ਕੀਤਾ ਗਿਆ ਪ੍ਰਪੋਜ਼ਲ ਪੇਸ਼। ਹੁਣ ਖਬਰਾਂ ਵਿਸਥਾਰ ਦੇ ਨਾਲ। ਸੱਤਾਧਾਰੀ ਲਿਬਰਲ ਪਾਰਟੀ ਕੈਨੇਡਾ ਵਾਸੀਆਂ ਦੇ ਮਨ ਤੋਂ ਉਤਰਦੀ ਜਾ ਰਹੀ ਹੈ। ਇਹ ਗੱਲ ਖੁਦ ਕੈਨੇਡੀਅਨਸ ਨੇ ਇੱਕ ਸਰਵੇਖਣ ਦੌਰਾਨ ਜ਼ਾਹਰ ਕੀਤੀ ਹੈ। ਕੰਜ਼ਰਵੇਟਿਵ ਪਾਰਟੀ ਲਿਬਰਲਸ ਦੇ ਮੁਕਾਬਲੇ 5% ਦੀ ਪੋਪੂਲੈਰਿਟੀ ਪੁਆਇੰਟਸ ਨਾਲ ਅੱਗੇ ਚੱਲ ਰਹੀ ਹੈ। ਨਵੇਂ ਸਰਵੇਖਣ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਲਿਬਰਲਸ ਨੂੰ ਕੰਜ਼ਰਵੇਟਿਵਾਂ ਦੀ ਪੋਪੂਲੈਰਿਟੀ ਮਹਿੰਗੀ ਪੈ ਸਕਦੀ ਹੈ। ਸੱਤਾਧਾਰੀ ਲਿਬਰਲ ਪਾਰਟੀ ਕੈਨੇਡਾ ਵਾਸੀਆਂ ਦੇ ਮਨ ਤੋਂ ਉਤਰਦੀ ਜਾ ਰਹੀ ਹੈ ਅਤੇ ਪੱਕੇ ਆਗੂ ਤੋਂ ਵਿਹੂਣੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦੀ ਗੱਲ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਦਾਅਵਾ ਨੈਨੋਜ਼ ਰਿਸਰਚ ਦੇ ਤਾਜ਼ਾ ਸਰਵੇਖਣ ਵਿੱਚ ਕੀਤਾ ਗਿਆ। ਸਰਵੇਖਣ ਮੁਤਾਬਕ ਕੈਨੇਡਾ ਦੇ 36% ਲੋਕ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ਨੇ, ਜਦਕਿ ਲਿਬਰਲ ਪਾਰਟੀ ਦੇ ਹੱਕ ਵਿੱਚ ਖੜੇ ਲੋਕਾਂ ਦੀ ਗਿਣਤੀ 31% ਦਰਜ ਕੀਤੀ ਗਈ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 19% ਅਤੇ ਬਲਾਕ ਕਿਊਬੈਕ ਦੇ ਹੱਕ ਵਿੱਚ ਖੜੇ ਲੋਕਾਂ ਦੀ ਗਿਣਤੀ 6% ਦਰਜ ਕੀਤੀ ਗਈ ਹੈ। ਮੁਲਕ ਦੇ 5% ਲੋਕ ਗ੍ਰੀਨ ਪਾਰਟੀ ਦੀ ਹਿਮਾਇਤ ਕਰ ਰਹੇ ਨੇ, ਜਦਕਿ 3% ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਹੱਕ ਵਿੱਚ ਖੜੇ ਹਨ। ਸਰਵੇਖਣ ਕੰਪਨੀ ਦੇ ਕਰਤਾ ਧਰਤਾ ਨਿਕ ਨੈਨੋਜ਼ ਨੇ ਕਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਕਾਫੀ ਅੱਗੇ ਨਜ਼ਰ ਆ ਰਹੀ ਹੈ, ਜਿਸ ਨੂੰ ਆਪਣਾ ਨਵਾਂ ਆਗੂ 10 ਸਤੰਬਰ ਨੂੰ ਮਿਲ ਜਾਵੇਗਾ। ਫਿਲਹਾਲ ਕੈਂਡਿਸ ਬਰਗਨ ਆਰਜ਼ੀ ਤੌਰ ਤੇ ਪਾਰਟੀ ਦੀ ਕਮਾਨ ਸੰਭਾਲ ਰਹੀ ਹੈ, ਪਰ ਇਸ ਦੇ ਬਾਵਜੂਦ ਲਿਬਰਲ ਪਾਰਟੀ ਉੱਪਰ ਮਿਲ ਰਹੀ ਲੀਡ ਤੋਂ ਪਾਰਟੀ ਦੇ ਆਗੂ ਖੁਦ ਹੈਰਾਨ ਹਨ। ਸਰਵੇਖਣ ਕਹਿੰਦਾ ਹੈ ਕਿ ਹਰ ਸੱਤਾਧਾਰੀ ਪਾਰਟੀ ਨੂੰ ਇੱਕ ਨਾ ਇੱਕ ਦਿਨ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਅਤੇ ਕੈਨੇਡਾ ਵਿੱਚ ਅਗਲੀਆਂ ਆਮ ਚੋਣਾਂ ਲਿਬਰਲ ਪਾਰਟੀ ਵਾਸਤੇ ਸੌਖੀਆਂ ਨਹੀਂ ਹੋਣਗੀਆਂ। ਜਸਟਿਨ ਟਰੂਡੋ ਦੀ ਸਰਕਾਰ 2019 ਤੋਂ ਬਾਅਦ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ ਅਤੇ ਮੌਜੂਦਾ ਹਾਲਾਤ ਲਿਬਰਲ ਵਰਗੇ ਨਿਕਾਰ ਵੱਲ ਇਸ਼ਾਰਾ ਕਰ ਰਹੇ ਨੇ। ਮਹਿੰਗਾਈ ਅਤੇ ਵਾਤਾਵਰਣ ਤਬਦੀਲੀਆਂ ਸਣੇ ਕਈ ਮੁੱਦਿਆਂ ਤੇ ਲਿਬਰਲ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਤੋਂ ਲੋਕ ਖੁਸ਼ ਨਹੀਂ, ਜਦਕਿ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਕੁਝ ਲੋਕ ਲਿਬਰਲ ਪਾਰਟੀ ਤੋਂ ਅੱਕ ਚੁੱਕੇ ਨੇ। 2 ਜਾਂ 3 ਮਹੀਨੇ ਬਾਅਦ ਕੈਨੇਡਾ ਦੇ ਆਰਥਿਕ ਮੰਦੀ ਵਿੱਚ ਘਿਰਨ ਦੇ ਹਾਲਾਤਾਂ ਦੇ ਮੱਦੇਨਜ਼ਰ ਵੀ ਕੈਨੇਡਾ ਦੇ ਲੋਕ ਚਿੰਤਤ ਮਹਿਸੂਸ ਕਰ ਰਹੇ ਨੇ। ਇੱਕ ਹੋਰ ਰਿਪੋਰਟ ਮੁਤਾਬਕ ਨੈਨੋਜ਼ ਦੇ ਸਰਵੇਖਣ ਦੌਰਾਨ 18 ਸਾਲ ਤੋਂ ਵੱਧ ਉਮਰ ਦੇ ਤਕਰੀਬਨ 1100 ਲੋਕਾਂ ਦੀ ਰਾਏ ਦਰਜ ਕੀਤੀ ਗਈ। ਸਰਵੇਖਣ ਨਤੀਜਿਆਂ ਵਿੱਚ ਮਾਮੂਲੀ ਤਰੁੱਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸ ਦਈਏ ਕਿ ਕੈਨੇਡਾ ਵਿੱਚ ਅਗਲੀਆਂ ਆਮ ਚੋਣਾਂ 2025 ਵਿੱਚ ਹੋਣਗੀਆਂ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਬਜਟ ਸਣੇ ਹੋਰ ਅਹਿਮ ਮਤੇ ਪਾਸ ਕਰਨ ਲਈ ਐਨਡੀਪੀ ਨਾਲ ਸੰਧੀ ਕੀਤੀ ਗਈ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਜਦੋਂ ਮਸ਼ਹੂਰ ਕੈਨੇਡੀਅਨ ਸ਼ਹਿਰਾਂ ਦੀ ਗੱਲ ਆਉਂਦੀ ਹੈ ਤਾਂ ਸ਼ਾਇਦ ਟੋਰਾਂਟੋ ਅਤੇ ਵੈਨਕੂਵਰ ਦੀ ਚਰਚਾ ਹੋ ਸਕਦੀ ਹੈ, ਪਰ 2022 ਦੇ ਨਵੇਂ ਸਰਵੇਖਣ ਵਿੱਚ ਇਹ ਪਤਾ ਚੱਲਿਆ ਕਿ ਕੈਲਗਰੀ ਕੈਨੇਡਾ ਵਿੱਚ ਰਹਿਣ ਲਈ ਸਭ ਤੋਂ ਵਧੀਆ ਜਗ੍ਹਾ ਹੈ। 3 ਕੈਨੇਡੀਅਨ ਸ਼ਹਿਰ ਰਹਿਣ ਦੇ ਹਿਸਾਬ ਨਾਲ ਦੁਨੀਆ ਵਿੱਚ 10 ਸਭ ਤੋਂ ਉਮਦਾ ਸ਼ਹਿਰਾਂ ਵਿੱਚ ਸ਼ਾਮਲ ਹੋ ਗਏ ਨੇ। ਇਕਨੋਮਿਸਟ ਇੰਟੈਲੀਜੈਂਟ ਯੂਨਿਟ ਯਾਨੀ ਕਿ EIU ਦੇ ਗਲੋਬਲ ਲਿਵੇਬਿਲਿਟੀ ਇੰਡੈਕਸ 2022 ਵੱਲੋਂ ਤਿਆਰ ਕੀਤੀ ਗਈ ਇਸ ਐਨੂਅਲ ਰੈਂਕਿੰਗ ਵਿੱਚ ਇੱਕ ਵਾਰੀ ਫੇਰ ਵੀਏਨਾ, ਆਸਟ੍ਰੇਲੀਆ ਨੇ ਸਭ ਤੋਂ ਸਿਖਰਲਾ ਸਥਾਨ ਹਾਸਲ ਕੀਤਾ ਹੈ, ਜਦਕਿ ਪਿਛਲੇ ਸਾਲ ਕੋਵਿਡ ਸੰਬੰਧੀ ਪਾਬੰਦੀਆਂ, ਮਿਊਜ਼ੀਅਮ ਅਤੇ ਰੈਸਟੋਰੈਂਟ ਬੰਦ ਹੋਣ ਕਾਰਨ ਵੀਏਨਾ ਤੋਂ ਵੀ ਇਸ ਦਾ ਸਿਖਰਲਾ ਸਥਾਨ ਖੁੱਸ ਗਿਆ ਸੀ। ਜੇ ਤੁਸੀਂ ਕੈਲਗਰੀ ਜਾਂ ਵੈਨਕੂਵਰ ਵਿੱਚ ਰਹਿੰਦੇ ਹੋ ਤਾਂ ਤੁਸੀਂ ਦੁਨੀਆ ਦੇ ਸਭ ਤੋਂ ਜ਼ਿਆਦਾ ਬਿਹਤਰੀਨ ਸ਼ਹਿਰਾਂ ਵਿੱਚੋਂ ਇੱਕ ਵਿੱਚ ਰਹਿ ਰਹੇ ਹੋ। ਇਹ ਸ਼ਹਿਰ ਦੁਨੀਆ ਦੇ ਸਭ ਤੋਂ ਬਿਹਤਰ ਸ਼ਹਿਰ ਵੀਏਨਾ, ਕੋਪਨਹੈਗਨ, ਡੈਨਮਾਰਕ ਤੇ ਜ਼ਿਊਰਿਚ, ਸਵਿਟਜ਼ਰਲੈਂਡ ਤੋਂ ਬਾਅਦ ਸਭ ਤੋਂ ਵਧੀਆ ਸ਼ਹਿਰ ਦੱਸੇ ਗਏ ਹਨ। ਟੋਰਾਂਟੋ ਚੌਥੇ ਸਥਾਨ ਤੋਂ 8ਵੇਂ ਪਾਇਦਾਨ ਉੱਤੇ ਖਿਸਕ ਗਿਆ।
ਇਹਨਾਂ 10 ਟੌਪ ਕਲਾਸ ਸ਼ਹਿਰਾਂ ਵਿੱਚ ਥਾਂ ਬਣਾਉਣ ਵਾਲੇ ਗੈਰ ਯੂਰੋਪੀਅਨ ਸ਼ਹਿਰਾਂ ਵਿੱਚ ਜਾਪਾਨ ਦਾ ਓਸਾਕਾ ਤੇ ਆਸਟ੍ਰੇਲੀਆ ਦਾ ਮੈਲਬਰਨ ਸ਼ਾਮਲ ਨੇ। ਇਹ ਦਰਜੇਬੰਦੀ ਸਮੁੱਚੀ ਸਥਿਰਤਾ, ਹੈਲਥਕੇਅਰ, ਕਲਚਰ ਅਤੇ এনवायरमेंट, ਐਜੂਕੇਸ਼ਨ ਤੇ ਇਨਫਰਾਸਟ੍ਰਕਚਰ ਉੱਤੇ ਆਧਾਰਿਤ ਹੈ। ਇਹ ਰੈਂਕਿੰਗ 30 ਤੋਂ ਵੱਧ ਫੈਕਟਰਸ ਤੇ ਦੁਨੀਆ ਭਰ ਦੇ 170 ਤੋਂ ਜ਼ਿਆਦਾ ਸ਼ਹਿਰਾਂ ਨੂੰ ਦਰਸਾਉਂਦੀ ਹੈ। ਹਰ ਸਾਲ ਸੂਚੀ ਵਿੱਚ ਆਮ ਤੌਰ ਤੇ ਬਹੁਤ ਸਾਰੇ ਨਾਰਥ ਅਮਰੀਕਾ ਅਤੇ ਵੈਸਟਰਨ ਯੂਰੋਪੀਅਨ ਸ਼ਹਿਰ ਟੌਪ ਤੇ ਹੁੰਦੇ ਨੇ ਅਤੇ ਇਸ ਸਾਲ ਵੀ ਕੋਈ ਐਕਸੈਪਸ਼ਨ ਨਹੀਂ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਕੈਨੇਡਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਹੁਣ ਬਰੈਂਪਟਨ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ 'ਚ ਪੁਲਿਸ ਨੇ 20 ਸਾਲ ਦੇ ਭਾਰਤੀ ਨੌਜਵਾਨ ਖਿਲਾਫ ਸਰਚ ਵਾਰੰਟ ਕਢਵਾਏ ਨੇ। ਬਰੈਂਪਟਨ ਵਿਖੇ ਸੋਮਵਾਰ ਨੂੰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ 2 ਜਾਣਿਆਂ ਨੂੰ ਕਾਬੂ ਕਰ ਲਿਆ ਹੈ, ਜਦਕਿ 20 ਸਾਲ ਦੇ ਹਰਨੂਰ ਸਿੰਘ ਥਿੰਦ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਹਰਨੂਰ ਥਿੰਦ ਨੂੰ ਅਪੀਲ ਕੀਤੀ ਹੈ ਕਿ ਉਹ ਆਤਮ ਸਮਰਪਣ ਕਰ ਦੇਵੇ। ਪੀਲ ਰੀਜਨ ਪੁਲਿਸ ਨੇ ਦੱਸਿਆ ਕਿ 20 ਜੂਨ ਨੂੰ ਰਾਤ ਸੈਂਡਵੈਲ ਵੁੱਡ ਪਾਰਕ ਅਤੇ ਚਿੰਗਵਾਕੋਸੀ ਰੋਡ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਸੀ। ਤਕਰੀਬਨ 11 ਵਜੇ ਮੌਕੇ ਵਾਰਦਾਤ ਤੇ ਪੁੱਜੇ ਪੁਲਿਸ ਅਫਸਰਾਂ ਨੂੰ ਇੱਕ 20 ਸਾਲ ਦਾ ਨੌਜਵਾਨ ਜ਼ਖਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਨੌਜਵਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੀਲ ਰੀਜਨ ਪੁਲਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ 18 ਸਾਲ ਦੇ ਅਲੈਗਜ਼ੈਂਡਰ ਮਹਾਰਾਜ ਅਤੇ 19 ਸਾਲ ਦੇ ਰਿਤੂਸ਼ਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਰੈਂਪਟਨ ਦੇ ਅਲੈਗਜ਼ੈਂਡਰ ਵਿਰੁੱਧ ਹਥਿਆਰ ਰਾਹੀਂ ਕਤਲ ਕਰਨ ਦੀ ਕੋਸ਼ਿਸ਼ ਅਤੇ ਸਜ਼ਾਯੋਗ ਅਪਰਾਧ ਵਿੱਚ ਸਹਾਇਕ ਦੀ ਭੂਮਿਕਾ ਨਿਭਾਉਣ ਦੇ ਦੋਸ਼ ਲਾਏ ਗਏ ਨੇ। ਦੂਜੇ ਪਾਸੇ ਬਰੈਂਪਟਨ ਦੇ ਹੀ ਰਿਤੂਸ਼ਨ ਵਿਰੁੱਧ ਸਜ਼ਾਯੋਗ ਅਪਰਾਧ ਵਿੱਚ ਸਹਾਇਕ ਦੀ ਭੂਮਿਕਾ ਨਿਭਾਉਣ ਦਾ ਦੋਸ਼ ਲਾਇਆ ਗਿਆ। ਉਧਰ 20 ਸਾਲ ਦੇ ਹਰਨੂਰ ਥਿੰਦ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਵਾਰੰਟ ਕਢਵਾਏ ਜਾ ਰਹੇ ਨੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੋਲੀਬਾਰੀ ਦੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਹਰਨੂਰ ਥਿੰਦ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ 22 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 9054532121 ਐਕਸਟੈਂਸ਼ਨ 2233 ਤੇ ਸੰਪਰਕ ਕਰੋ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟਾਪਰਸ ਨਾਲ 1800-222 ਟਿਪਸ ਲਈ 8477 ਤੇ ਕਾਲ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਸ ਦੇ ਚੱਲਦਿਆਂ ਵੀਕਐਂਡ ਤੇ ਬਰੈਂਪਟਨ ਸ਼ਹਿਰ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਮਿਸੀਸਾਗਾ ਦੇ ਹੈਮਿਲਟਨ ਤੋਂ ਵੀ ਗੋਲੀਬਾਰੀ ਹੋਣ ਸੰਬੰਧੀ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੀਲ ਰੀਜਨ ਪੁਲਿਸ ਮੁਤਾਬਕ ਬਰੈਂਪਟਨ ਵਿੱਚ ਲਗਭਗ 2 ਵਜੇ ਗੋਲੀਬਾਰੀ ਹੋਣ ਸੰਬੰਧੀ ਰਿਪੋਰਟ ਮਿਲੀ। ਕੁਈਨ ਸਟਰੀਟ ਈਸਟ ਦੇ ਨੇੜੇ ਗੇਟਵੇ ਬੁਲੇਵਾਰਡ ਖੇਤਰ ਵਿੱਚ ਹੋਈ ਇਸ ਵਾਰਦਾਤ ਦੀ ਇਤਲਾਹ ਮਿਲਦਿਆਂ ਹੀ ਜਦੋਂ ਪੁਲਿਸ ਟੀਮ ਮੌਕੇ ਤੇ ਪੁੱਜੀ ਤਾਂ ਉੱਥੇ 2 ਵਿਅਕਤੀ ਗੰਭੀਰ ਜ਼ਖਮੀ ਹਾਲਾਤ 'ਚ ਮਿਲੇ, ਜਿਨ੍ਹਾਂ ਨੂੰ ਗੋਲੀ ਲੱਗੀ ਹੋਈ ਸੀ। ਇਹਨਾਂ ਵਿੱਚੋਂ ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਫਿਲਹਾਲ ਪੁਲਿਸ ਵੱਲੋਂ ਹਮਲਾਵਰਾਂ ਨੂੰ ਫੜਨ ਲਈ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਦੂਜੇ ਪਾਸੇ ਗ੍ਰੇਟਰ ਟੋਰਾਂਟੋ ਏਰੀਆ ਦੇ ਮਿਸੀਸਾਗਾ ਵਿੱਚ ਵੀ ਤੜਕੇ ਲਗਭਗ 2 ਵਜੇ ਹੀ ਗੋਲੀਬਾਰੀ ਹੋਈ। ਮੈਵਿਸ ਰੋਡ ਅਤੇ ਐਗਲਿੰਟਨ ਐਵਨਿਊ ਖੇਤਰ ਵਿੱਚ ਇਹ ਵਾਰਦਾਤ ਵਾਪਰੀ। ਸੂਚਨਾ ਮਿਲਣ ਤੇ ਜਦੋਂ ਪੀਲ ਰੀਜਨ ਪੁਲਿਸ ਮੌਕੇ ਤੇ ਪਹੁੰਚੀ ਤਾਂ ਉੱਥੇ ਇੱਕ ਵਿਅਕਤੀ ਗੰਭੀਰ ਜ਼ਖਮੀ ਹਾਲਾਤ 'ਚ ਮਿਲਿਆ, ਜੋ ਕਿ ਗੋਲੀ ਲੱਗਣ ਕਾਰਨ ਤੜਪ ਰਿਹਾ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਉਸਨੇ ਦਮ ਤੋੜ ਦਿੱਤਾ। ਪੁਲਿਸ ਮੁਤਾਬਕ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਅਤੇ ਹਾਲੇ ਉਹਨਾਂ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਮ੍ਰਿਤਕ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ। ਪੀਲ ਰੀਜਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕੋਲ ਵੀ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਸ ਨੂੰ 4162228477 ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਸਵੇਰੇ ਹੈਮਿਲਟਨ ਵਿੱਚ ਵੀ ਗੋਲੀਬਾਰੀ ਹੋਣ ਸੰਬੰਧੀ ਸੂਚਨਾ ਮਿਲੀ ਸੀ। ਹੈਮਿਲਟਨ ਪੁਲਿਸ ਮੁਤਾਬਕ ਜੈਨ ਸਟਰੀਟ ਨਾਰਥ ਅਤੇ ਕਿੰਗ ਵਿਲੀਅਮ ਸਟਰੀਟ ਵਿੱਚ ਵਾਪਰੀ ਇਸ ਵਾਰਦਾਤ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਕਿਸੇ ਦੇ ਜ਼ਖਮੀ ਹੋਣ ਦੀ ਵੀ ਕੋਈ ਖਬਰ ਨਹੀਂ ਹੈ। ਦੱਸ ਦਈਏ ਕਿ ਕੈਨੇਡਾ ਅਤੇ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਅਮਰੀਕਾ ਵਿੱਚ ਤਾਂ ਹਾਲ ਹੀ ਵਿੱਚ ਹੋਈਆਂ ਵਾਰਦਾਤਾਂ ਦੌਰਾਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ। ਇੱਥੋਂ ਤੱਕ ਕਿ ਅਮਰੀਕਾ ਵਿੱਚ ਤਾਂ ਬੱਚਿਆਂ ਤੱਕ ਦੇ ਸਕੂਲਾਂ ਦੇ ਵਿੱਚ ਬੰਦੂਕਾਂ ਲੈ ਕੇ ਲੋਕ ਤੁਰਦੇ ਫਿਰਦੇ ਨਜ਼ਰ ਆਏ।
ਬੰਦੂਕ ਸੱਭਿਆਚਾਰ ਵਿਰੁੱਧ ਅਮਰੀਕਾ ਦੇ ਲੋਕਾਂ ਨੇ ਬੀਤੇ ਦਿਨ ਸੜਕਾਂ ਦੇ ਉੱਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕੀਤੇ ਨੇ। ਇਸ ਮਗਰੋਂ ਪ੍ਰੈਜ਼ੀਡੈਂਟ ਜੋ ਬਾਈਡਨ ਸਰਕਾਰ ਗਨ ਕਲਚਰ ਨੂੰ ਨੱਥ ਪਾਉਣ ਲਈ ਕਦਮ ਚੱਕ ਰਹੀ ਹੈ। ਉਧਰ ਦੂਜੇ ਪਾਸੇ ਕੈਨੇਡਾ ਵਿੱਚ ਵੀ ਇਹਨਾਂ ਘਟਨਾਵਾਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਲਈ ਟਰੂਡੋ ਸਰਕਾਰ ਨੂੰ ਇਸ ਪਾਸੇ ਗੰਭੀਰਤਾ ਦਿਖਾਉਂਦਿਆਂ ਹੋਰ ਸਖਤ ਕਦਮ ਚੁੱਕਣੇ ਚਾਹੀਦੇ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਵਾਂਡਾ ਵਿਖੇ ਇੱਕ ਨਿਊਜ਼ ਕਾਨਫਰੰਸ ਦੌਰਾਨ ਰੂਸ ਤੇ ਯੂਕਰੇਨ ਤੇ ਹਮਲੇ ਕਾਰਨ ਪੈਦਾ ਹੋਏ ਆਲਮੀ ਭੋਜਨ ਸੰਕਟ ਦਾ ਮੁਕਾਬਲਾ ਕਰਨ ਲਈ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ ਨੂੰ $250 ਮਿਲੀਅਨ ਵਾਧੂ ਸਹਾਇਤਾ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ 2020 ਵਿੱਚ ਨੋਵਾ ਸਕੋਸ਼ੀਆ ਵਿੱਚ ਹੋਈ ਸਮੂਹਿਕ ਗੋਲੀਬਾਰੀ ਵਿੱਚ RCMP ਦੀ ਜਾਂਚ ਵਿੱਚ ਕਥਿਤ ਦਖਲਅੰਦਾਜ਼ੀ ਬਾਰੇ ਚਰਚਾ ਕੀਤੀ। ਕਿਗਾਲੀ, ਰਵਾਂਡਾ ਵਿੱਚ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਰਾਸ਼ਟਰਮੰਡਲ ਸਰਕਾਰਾਂ ਦੇ ਮੁਖੀਆਂ ਦੀ ਮੀਟਿੰਗ ਲਈ ਰਵਾਂਡਾ ਵਿੱਚ ਨੇ ਅਤੇ ਉਹ ਕਈ ਮੁੱਦਿਆਂ ਤੇ ਉੱਥੇ ਚਰਚਾ ਕਰਨਗੇ। ਇਹਨਾਂ ਮੁੱਦਿਆਂ ਵਿੱਚ ਰੂਸ ਤੇ ਯੂਕਰੇਨ ਦੇ ਹਮਲੇ ਅਤੇ ਉੱਥੇ ਪੈਦਾ ਹੋਏ ਭੋਜਨ ਸੰਕਟ ਸ਼ਾਮਲ ਨੇ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ਵ ਭੋਜਨ ਸੰਗਠਨ ਨਾਲ ਨਜਿੱਠਣ ਲਈ $250 ਮਿਲੀਅਨ ਦਾ ਐਲਾਨ ਕੀਤਾ ਹੈ। ਇਹ ਫੰਡਿੰਗ ਵਿਸ਼ਵਵਿਆਪੀ ਭੋਜਨ ਅਤੇ ਪੋਸ਼ਣ ਸੰਬੰਧੀ ਲੋੜਾਂ ਨੂੰ ਪੂਰਾ ਕਰੇਗੀ। One of the themes that we're going to continue to talk about here is going to be the challenges facing the world, from climate change to the outcomes of the pandemic, but also the destabilization that Russia's illegal and illegitimate war in Ukraine is causing on economies, on supply chains, inflationary pressures both at home and around the world. But also pressures on fuel and specifically on food. At the beginning of the year, Canada's invested about $500 million in aid for the World Food Programme, for UNICEF, for other UN agencies to try and counter this food crisis that is entirely caused by Russia's illegal and illegitimate actions. And I'm happy to announce an additional $250 million that Canada is going to be putting forward towards the UN, towards the World Food Programme, to help immediately do more on this crisis. I want to thank Minister Sajjan for his work on bringing together solutions to this global food crisis and highlight the work he's going to be doing on Friday in Germany to continue these conversations with partners and allies around the world. ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ RCMP ਕਮਿਸ਼ਨਰ ਬ੍ਰੈਂਡਾ ਲੱਕੀ ਦੇ ਖਿਲਾਫ ਕਥਿਤ ਦਖਲਅੰਦਾਜ਼ੀ ਦੇ ਦੋਸ਼ਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਅਸੀਂ ਕਿਸੇ ਤੇ ਕੋਈ ਦਬਾਅ ਨਹੀਂ ਪਾਇਆ ਅਤੇ ਇਹ ਸਿਰਫ RCMP ਹੈ ਜੋ ਨਿਰਧਾਰਤ ਕਰੇਗਾ ਕਿ ਕਦੋਂ ਅਤੇ ਕਿੰਨੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਅਸੀਂ ਇਸ ਮੁੱਦੇ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਜ਼ਰੂਰੀ ਕਦਮ ਚੁੱਕਦੇ ਰਹਾਂਗੇ। The things we're discussing here are problems that are not just being felt by Canadians, but being felt around the world. And that's why it's important for us to get together, gather, and deal with it on the ground here, but as we look towards the G7 meeting in Germany and the NATO meeting in Spain in the coming days. Prime Minister, I wanted to start with a question about the controversy around Brenda Lucki and the revelations of the Nova Scotia Mass Casualty Commission. Did your office or any other office pressure Commissioner Lucki or negotiate with Commissioner Lucki to release specific information about those killings to help advance gun legislation? Would those conversations have been appropriate, and do you still have confidence in the Commissioner to lead the RCMP? Absolutely not. On the pressure, we did not put any undue influence or pressure. It is extremely important to highlight that it is only the RCMP, it is only police that determine what and when to release information. The Commissioner's statement, the Minister's statement were very clear on that. And yes, I still very much have confidence in Commissioner Lucki. I will highlight, however, that when the worst mass shooting in Canada's history happened, we had a lot of questions. Canadians had a lot of questions. And I got regular briefings on what we knew, what we didn't know. And those answers continue to come out even as the public inquiry is ongoing, so families can actually learn what happened, and we will continue to take responsible action. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਨੂੰ RCMP ਕਮਿਸ਼ਨਰ ਬ੍ਰੈਂਡਾ ਲੱਕੀ ਉੱਤੇ ਅਜੇ ਵੀ ਪੂਰਾ ਭਰੋਸਾ ਹੈ। ਉਹਨਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਰਕਾਰ ਨੇ ਨੈਸ਼ਨਲ ਪੁਲਿਸ ਫੋਰਸ ਉੱਤੇ ਕਿਸੇ ਕਿਸਮ ਦਾ ਦਬਾਅ ਜਾਂ ਪ੍ਰਭਾਵ ਪਾਇਆ।
ਇਸ ਤਰ੍ਹਾਂ ਦੇ ਇਨਕਾਰ ਦੇ ਬਾਵਜੂਦ ਇਸ ਸਿਟਿੰਗ ਦੇ ਫਾਈਨਲ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਬਣਿਆ ਰਿਹਾ ਕਿ ਹੁਣ ਇਸ ਮੁੱਦੇ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਹੁਣ ਕਮੇਟੀ ਕਰੇਗੀ। ਮਾਉਂਟੀਜ਼ ਦੀ ਇਹ ਹੈੱਡ ਤੇ ਲਿਬਰਲ ਸਰਕਾਰ ਉਸ ਸਮੇਂ ਸਾਰਿਆਂ ਦੀ ਨਜ਼ਰਾਂ ਵਿੱਚ ਆਈ ਜਦੋਂ ਅਪ੍ਰੈਲ 2020 ਵਿੱਚ ਨੋਵਾ ਸਕੋਸ਼ੀਆ 'ਚ 22 ਵਿਅਕਤੀਆਂ ਦੇ ਹੋਏ ਕਤਲੇਆਮ ਦੇ ਮਾਮਲੇ ਦੀ ਜਾਂਚ ਵਿੱਚ ਉਹਨਾਂ ਉੱਤੇ ਸਿਆਸੀ ਦਖਲਅੰਦਾਜ਼ੀ ਦੇ ਦੋਸ਼ ਲੱਗੇ। ਇੱਕ ਅਖਬਾਰ ਵਿੱਚ ਛਪੀ ਹੋਈ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ RCMP ਦੇ ਸੁਪਰਿੰਟੈਂਡੈਂਟ ਵੱਲੋਂ ਲੱਕੀ ਉੱਤੇ ਦੋਸ਼ ਲਗਾਉਂਦਿਆਂ ਆਖਿਆ ਗਿਆ ਹੈ ਕਿ ਉਸਨੇ ਫੈਡਰਲ ਪਬਲਿਕ ਸੇਫਟੀ ਡਿਪਾਰਟਮੈਂਟ ਦੇ ਪ੍ਰਧਾਨ ਮੰਤਰੀ ਆਫਿਸ ਨੂੰ ਇਹ ਵਾਅਦਾ ਕੀਤਾ ਸੀ ਕਿ ਸ਼ੂਟਰ ਵੱਲੋਂ ਜਿਨ੍ਹਾਂ ਗਨਸ ਦੀ ਵਰਤੋਂ ਕੀਤੀ ਗਈ ਸੀ ਉਸ ਬਾਰੇ ਜਾਣਕਾਰੀ ਰਿਲੀਜ਼ ਕੀਤੀ ਜਾਵੇਗੀ। ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਪੈਂਡਿੰਗ ਪਏ ਗਨ ਕੰਟਰੋਲ ਬਿੱਲ ਨਾਲ ਜੁੜਿਆ ਹੋਇਆ ਹੈ। ਇਸ ਹਫਤੇ ਕਾਮਨਵੈਲਥ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਕਿਗਾਲੀ ਰਵਾਂਡਾ ਗਏ ਟਰੂਡੋ ਨੇ ਆਖਿਆ ਕਿ RCMP ਉੱਤੇ ਕਿਸੇ ਕਿਸਮ ਦਾ ਦਬਾਅ ਜਾਂ ਪ੍ਰਭਾਵ ਨਹੀਂ ਪਾਇਆ ਗਿਆ। ਉਹਨਾਂ ਆਖਿਆ ਕਿ ਕਿਹੜੀ ਜਾਣਕਾਰੀ ਜਾਰੀ ਕਰਨੀ ਹੈ ਤੇ ਕਦੋਂ ਕਰਨੀ ਹੈ ਇਹ ਫੈਸਲਾ RCMP ਹੀ ਕਰੇਗੀ ਤੇ ਇਹ ਵੀ ਆਖਿਆ ਕਿ ਉਹਨਾਂ ਨੂੰ ਲੱਕੀ ਦੀ ਕਾਬਲੀਅਤ ਤੇ ਉਹਨਾਂ ਦੇ ਹੱਥ RCMP ਦੀ ਸੌਂਪੀ ਗਈ ਵਾਗਡੋਰ ਉੱਤੇ ਪੂਰਾ ਭਰੋਸਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਮਹਿੰਗਾਈ ਦੇ ਸਤਾਏ ਅਮਰੀਕਨ ਵਾਸੀਆਂ ਨੂੰ ਬਾਈਡਨ ਸਰਕਾਰ ਵੱਡੀ ਰਾਹਤ ਦੇਣ ਦੇ ਵਿਚਾਰ ਕਰ ਰਹੀ ਹੈ। ਜੀ ਹਾਂ, ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਬੜੇ ਦਬਾਅ ਦੇ ਦਰਮਿਆਨ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸੰਸਦ ਵਿੱਚ ਪ੍ਰਪੋਜ਼ਲ ਪੇਸ਼ ਕੀਤਾ ਗਿਆ, ਜਿਸ ਅਨੁਸਾਰ ਗੈਸੋਲੀਨ ਅਤੇ ਡੀਜ਼ਲ ਤੇ ਲੱਗਣ ਵਾਲਾ ਟੈਕਸ 3 ਮਹੀਨੇ ਲਈ ਮਾਫ ਕਰ ਦਿੱਤਾ ਜਾਵੇਗਾ। ਮਹਿੰਗਾਈ ਦੀ ਮਾਰ ਚੱਲ ਰਹੇ ਅਮਰੀਕਾ ਵਾਸੀਆਂ ਨੂੰ ਬਾਈਡਨ ਸਰਕਾਰ ਵੱਡੀ ਰਾਹਤ ਦੇ ਸਕਦੀ ਹੈ। ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਤਜਵੀਜ਼ ਪੇਸ਼ ਕੀਤੀ ਗਈ ਹੈ, ਜਿਸ ਮੁਤਾਬਕ ਗੈਸੋਲੀਨ ਅਤੇ ਡੀਜ਼ਲ ਤੇ ਲੱਗਣ ਵਾਲਾ ਟੈਕਸ ਮਾਫ ਕੀਤਾ ਜਾ ਸਕਦਾ ਹੈ ਜਾਂ ਫਿਰ ਸਬਸਿਡੀ ਦਿੱਤੀ ਜਾ ਸਕਦੀ ਹੈ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸੰਸਦ ਵਿੱਚ ਪੇਸ਼ ਤਜਵੀਜ਼ ਅਨੁਸਾਰ ਗੈਸੋਲੀਨ ਅਤੇ ਡੀਜ਼ਲ ਤੇ ਲੱਗਣ ਵਾਲਾ ਟੈਕਸ 3 ਮਹੀਨੇ ਲਈ ਮਾਫ ਕਰ ਦਿੱਤਾ ਜਾਵੇਗਾ। ਉੱਥੇ ਦੂਜੇ ਪਾਸੇ ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਟੈਕਸ ਕਟੌਤੀ ਦਾ ਫਾਇਦਾ ਸਿਰਫ ਗਰੀਬਾਂ ਨੂੰ ਮਿਲੇਗਾ ਜੋ ਕਿ ਕੀਮਤਾਂ ਵਧਣ ਕਾਰਨ ਪਰੇਸ਼ਾਨੀ ਚੋਂ ਗੁਜ਼ਰ ਰਹੇ ਹਨ। ਕੀਮਤਾਂ ਵਧਣ ਦਾ ਅਸਲੀ ਕਾਰਨ ਸਪਲਾਈ ਵਿੱਚ ਆਈ ਹੋਈ ਕਮੀ ਹੈ ਅਤੇ ਆਰਜ਼ੀ ਤੌਰ ਤੇ ਕੀਮਤਾਂ ਘਟਾ ਕੇ ਕੋਈ ਫਾਇਦਾ ਨਹੀਂ ਹੋਣਾ। ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਵਿਕਸਿਤ G7 ਮੁਲਕਾਂ ਵਿੱਚੋਂ ਇਹ ਕਦਮ ਉਠਾਉਣ ਵਾਲਾ ਅਮਰੀਕਾ ਪਹਿਲਾ ਦੇਸ਼ ਹੋਵੇਗਾ। ਉਧਰ ਦੂਜੇ ਪਾਸੇ UK 'ਚ ਮਹਿੰਗਾਈ ਦਰ 9% ਤੋਂ ਪਾਰ ਹੋ ਚੁੱਕੀ ਹੈ ਅਤੇ ਉੱਥੋਂ ਦੀ ਸਰਕਾਰ ਵੱਲੋਂ ਗੈਸ ਅਤੇ ਡੀਜ਼ਲ ਤੇ ਟੈਕਸਾਂ ਵਿੱਚ ਰਾਹਤ ਦਿੱਤੀ ਗਈ ਹੈ, ਪਰ ਟੈਕਸ ਮੁਕੰਮਲ ਤੌਰ ਤੇ ਖਤਮ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਇਟਲੀ, ਜਰਮਨੀ, ਫਰਾਂਸ ਅਤੇ ਜਾਪਾਨ 'ਚ ਕੀਤਾ ਗਿਆ। ਇਸੇ ਦੌਰਾਨ ਕੈਨੇਡਾ ਦੇ ਨੈਚੁਰਲ ਰਿਸੋਰਸਸ ਮਿਨਿਸਟਰ ਜੋਨਾਥਨ ਵਿਲਕਿੰਸਨ ਨੇ ਕਿਹਾ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਗੈਸ ਟੈਕਸਾਂ ਵਿੱਚ ਕਟੌਤੀ ਕਰਨ ਦੀ ਕੋਈ ਯੋਜਨਾ ਨਹੀਂ ਬਣਾ ਰਹੀ। ਕੈਨੇਡਾ ਸਰਕਾਰ ਸਪਲਾਈ ਵਧਾ ਕੇ ਤੇਲ ਕੀਮਤਾਂ ਨੂੰ ਸਥਿਰ ਕਰਨਾ ਚਾਹੁੰਦੀ ਹੈ। ਲਿਬਰਲ ਸਰਕਾਰ ਦੇ ਇਸ ਸਟੈਂਡ ਤੋਂ ਕੁਝ ਆਰਥਿਕ ਮਾਹਰ ਵੀ ਹੈਰਾਨ ਨੇ ਅਤੇ ਸਵਾਲ ਚੱਕ ਰਹੇ ਨੇ ਕਿ ਹੁਣ ਤੱਕ ਟਰੂਡੋ ਸਰਕਾਰ ਨੇ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ। ਇਸ ਤੋਂ ਇਲਾਵਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਵੈਂਕੂਵਰ ਸਕੂਲ ਆਫ ਇਕਨੋਮਿਕਸ ਦੇ ਪ੍ਰੋਫੈਸਰ ਕੇਵਿਨ ਮਿਲੀਗਨ ਨੇ ਆਖਿਆ ਹੈ ਕਿ ਟੈਕਸਾਂ ਵਿੱਚ ਕਟੌਤੀ ਰਾਹੀਂ ਸਮੱਸਿਆ ਹੱਲ ਨਹੀਂ ਕੀਤੀ ਜਾ ਸਕਦੀ। ਹੁਣ ਦੇਖਣਾ ਇਹ ਹੋਵੇਗਾ ਕਿ ਕੈਨੇਡਾ ਦੀ ਸਰਕਾਰ ਅਮਰੀਕਾ ਦੀ ਸਰਕਾਰ ਤੋਂ ਪ੍ਰੇਰਣਾ ਲੈ ਕੇ ਕੀ ਕਦਮ ਚੁੱਕਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਰੀ ਬੋਰਡ ਆਫ ਟ੍ਰੇਡ ਜੋ ਕਿ ਕਾਰੋਬਾਰਾਂ ਨੂੰ ਸਰੀ ਵੱਲ ਆਕਰਸ਼ਿਤ ਕਰਦਾ ਹੈ ਅਤੇ ਸਰੀ ਵਿੱਚ ਕਾਰੋਬਾਰ ਦਾ ਸਮਰਥਨ ਕਰਦਾ ਹੈ, ਉਸ 'ਚ ਹੁਣ ਨਵੇਂ ਡਾਇਰੈਕਟਰ ਵਜੋਂ 3 ਪੰਜਾਬੀਆਂ ਨੇ ਅਹੁਦਾ ਸੰਭਿਆ। ਦੱਸ ਦਈਏ ਕਿ ਸਰੀ ਬੋਰਡ ਆਫ ਟ੍ਰੇਡ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਆਰਥਿਕ ਮੌਕੇ, ਕਾਰਜ ਸਥਾਨ ਦੇ ਵਿਕਾਸ ਅਤੇ ਸਿੱਖਿਆ, ਅੰਤਰਰਾਸ਼ਟਰੀ ਵਪਾਰ, ਸਰਕਾਰੀ ਵਕਾਲਤ ਅਤੇ ਵਪਾਰਕ ਕਨੈਕਸ਼ਨ ਪ੍ਰਦਾਨ ਕਰਦਾ ਹੈ। ਇਹ ਸਰੀ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਵੀ ਨਿਭਾਉਂਦਾ ਹੈ। ਕੈਨੇਡਾ ਦੇ ਸਰੀ ਸ਼ਹਿਰ ਦੇ ਵਪਾਰਕ ਸੰਗਠਨ ਸਰੀ ਬੋਰਡ ਆਫ ਟ੍ਰੇਡ ਵੱਲੋਂ ਆਪਣੇ 4 ਨਵੇਂ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚ 3 ਪੰਜਾਬੀ ਸ਼ਾਮਲ ਨੇ। ਰਾਜ ਸਿੱਧੂ, ਅੰਮ੍ਰਿਤਾ ਭੋਗਲ, ਜੇਸਨ ਟੋਨੀਅਨ ਅਤੇ ਰਿਕ ਮਾਨ ਸਰੀ ਬੋਰਡ ਆਫ ਟ੍ਰੇਡ ਦੇ ਨਵੇਂ ਡਾਇਰੈਕਟਰ ਚੁਣੇ ਗਏ, ਜਦਕਿ ਬਲਜੀਤ ਧਾਲੀਵਾਲ ਲਗਾਤਾਰ ਦੂਜੀ ਵਾਰ ਬੋਰਡ ਚੇਅਰ ਵਜੋਂ ਹੀ ਸੇਵਾਵਾਂ ਨਿਭਾਉਣਗੇ। ਕੋਰੋਨਾ ਮਹਾਮਾਰੀ ਦੌਰਾਨ ਲਗਭਗ 2 ਸਾਲ ਆਈਸੋਲੇਟ ਰਹਿਣ ਮਗਰੋਂ ਸਰੀ ਬੋਰਡ ਆਫ ਟ੍ਰੇਡ ਵੱਲੋਂ ਆਪਣੀ 58ਵੀਂ ਸਾਲਾਨਾ ਸ਼ੈਲਟਨ ਵੈਂਕੂਵਰ ਗਿਲਡਫੋਰਡ ਹੋਟਲ ਵਿੱਚ ਮੀਟਿੰਗ ਰੱਖੀ ਗਈ। ਸਰੀ ਨਿਊਟਨ ਤੋਂ ਵਿਧਾਇਕ ਅਤੇ BC ਦੇ ਲੇਬਰ ਮਾਮਲਿਆਂ ਦੇ ਬਾਰੇ ਮੰਤਰੀ ਹੈਰੀ ਬੈਂਸ ਵਿਸ਼ੇਸ਼ ਤੌਰ ਤੇ ਪੁੱਜੇ।
ਬੋਰਡ ਵੱਲੋਂ 2 ਸਾਲ ਲਈ ਆਪਣੇ 4 ਨਵੇਂ ਬਿਜ਼ਨਸ ਲੀਡਰ, ਭਾਵ ਡਾਇਰੈਕਟਰ ਅਤੇ 3 ਰਿਟਰਨਿੰਗ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਹੈ। ਬੋਰਡ ਦੇ ਨਵੇਂ ਚੁਣੇ ਗਏ 4 ਡਾਇਰੈਕਟਰਾਂ ਵਿੱਚ ਸਨਰਾਈਜ਼ ਕਿਚਨਜ਼ ਦੀ ਅੰਮ੍ਰਿਤਾ ਭੋਗਲ, ਕੋਲੀਅਰਸ ਇੰਟਰਨੈਸ਼ਨਲ ਦੇ ਰਾਜ ਸਿੱਧੂ, BD ਗਰੁੱਪ ਦੇ ਜੇਸਨ ਟੈਨੀਅਨ ਅਤੇ ਆਇਲਜ਼ ਆਫ ਮਾਨ ਪ੍ਰਾਪਰਟੀ ਗਰੁੱਪ ਦੇ ਰਿਕ ਮਾਨ ਸ਼ਾਮਲ ਨੇ। ਇਸ ਤੋਂ ਇਲਾਵਾ ਰਿਟਰਨਿੰਗ ਡਾਇਰੈਕਟਰਾਂ ਵਿੱਚ ਫੋਰਟਿਸ BC ਦੇ ਡੇਵਿਡ ਬੈਂਟਨ, ਪੋਰਟ ਆਫ ਬੈਲਜੀਅਮ ਦੇ ਜੌਨ ਮਿਚਨਰ ਅਤੇ ਵੈਂਕੂਵਰ ਫਰੇਜ਼ਰ ਪੋਰਟ ਅਥਾਰਟੀ ਦੇ ਜੋਸਲਿਨ ਯੰਗ ਸ਼ਾਮਲ ਨੇ। ਇਸ ਮੌਕੇ ਸੰਬੋਧਨ ਕਰਦਿਆਂ ਸਰੀ ਬੋਰਡ ਆਫ ਟ੍ਰੇਡ ਦੇ ਚੇਅਰ ਬਲਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਰੀ ਬੋਰਡ ਆਫ ਟ੍ਰੇਡ ਇੱਕ ਸੁਤੰਤਰ ਕਾਰੋਬਾਰੀ ਸੰਗਠਨ ਹੈ ਜੋ ਕਿ ਸਰੀ ਨੂੰ ਖੁਸ਼ਹਾਲ ਦੇਖਣਾ ਚਾਹੁੰਦਾ ਹੈ। ਇਸ ਤੋਂ ਇਲਾਵਾ 2022-2023 ਦੀ ਟਰਮ ਲਈ ਟਿੰਕਰੋ ਟੈਕਸ ਐਂਡ ਅਕਾਊਂਟਿੰਗ ਦੇ ਬਲਜੀਤ ਸਿੰਘ ਧਾਲੀਵਾਲ ਦੂਜੇ ਕਾਰਜਕਾਲ ਦੌਰਾਨ ਵੀ ਬੋਰਡ ਦੇ ਚੇਅਰ ਬਣੇ ਰਹਿਣਗੇ, ਜਦਕਿ KSW ਲਾਇਰਸ ਦੇ ਰੌਰੀ ਮੋਰਗਨ ਨੂੰ ਵਾਈਸ ਚੇਅਰ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਅੱਜ ਦੇ ਇਸ ਬੁਲਟਨ 'ਚ ਬਸ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।